Good morning, students. Today we will start second unit, chapter number 1, labor computation and control. Firstly, what do we mean by labor? Labor cost is a second major element of cost. ਲੇਬਰ ਕੀ ਹੁੰਦੀ ਹੈ? ਆਪਾਂ ਨੂੰ ਪਤਾ ਹੈ ਕਿ ਲੇਬਰ ਉਹ ਪਰਸੋਨਲ ਜਾਂ ਉਹ ਪਰਸਨਸ ਹੁੰਦੇ ਨੇ ਜੋ ਪੁਆਇੰਟ ਕੀਤੇ ਜਾਂਦੇ ਨੇ ਪ੍ਰੋਡਕਟਿਵਿਟੀ ਐਕਟੀਵਿਟੀਜ਼ ਦੇ ਲਈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ? ਟਾਈਪਸ ਆਫ ਲੇਬਰ, ਡਾਇਰੈਕਟ ਲੇਬਰ, ਇਨਡਾਇਰੈਕਟ ਲੇਬਰ। ਕੋਈ ਵੀ ਡਾਇਰੈਕਟ ਲੇਬਰ ਹੈ, ਕੋਈ ਡਾਇਰੈਕਟ ਮਟੀਰੀਅਲ ਹੈ, ਕੋਈ ਵੀ ਡਾਇਰੈਕਟ ਐਕਸਪੈਂਸਿਸ ਨੇ, ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਪ੍ਰਾਈਮ ਕੋਸਟ। ਜਿੰਨੇ ਵੀ ਆਪਣੇ ਡਾਇਰੈਕਟ ਐਕਸਪੈਂਸਿਸ ਹੁੰਦੇ ਨੇ ਇੱਕ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਦੇ ਲਈ, ਉਹ ਸਾਰੇ ਐਕਸਪੈਂਸਿਸ ਨੂੰ ਆਪਾਂ ਕਹਿ ਸਕਦੇ ਹਾਂ ਪ੍ਰਾਈਮ ਕੋਸਟ। ਤਾਂ ਡਾਇਰੈਕਟ ਲੇਬਰ ਹੈ, ਇੱਕ ਇਨਡਾਇਰੈਕਟ ਲੇਬਰ ਹੈ। ਡਾਇਰੈਕਟ ਲੇਬਰ ਦੇ ਵਿੱਚ ਉਹ ਸਾਰੇ ਪਰਸਨਸ ਆ ਜਾਂਦੇ ਨੇ ਜੋ ਡਾਇਰੈਕਟਲੀ ਇੰਗੇਜਡ ਹੁੰਦੇ ਨੇ ਇੱਕ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਦੇ ਲਈ। ਮਤਲਬ ਉਹ ਸਾਰੇ ਪਰਸਨਸ ਜੋ ਮਿਲ ਕੇ ਪ੍ਰੋਡਕਸ਼ਨ ਕਰਦੇ ਨੇ, ਉਹ ਤਾਂ ਡਾਇਰੈਕਟ ਲੇਬਰ ਹੈ। ਬਟ ਇਨਡਾਇਰੈਕਟ ਉਹ ਹੁੰਦੇ ਨੇ ਜਿਹੜੇ ਪ੍ਰੋਡਕਟਿਵਿਟੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵਮੈਂਟ ਹੈ ਜਿਹੜੀ ਉਹਨਾਂ ਦੀ ਬਹੁਤ ਘੱਟ ਹੁੰਦੀ ਹੈ। ਉਹ ਇਨਡਾਇਰੈਕਟਲੀ ਕੀ ਕਰਦੇ ਨੇ? ਇੱਕ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਦੇ ਵਿੱਚ ਹੈਲਪ ਕਰਦੇ ਨੇ। ਹੁਣ ਦੇਖੋ ਡਾਇਰੈਕਟ ਦੇ ਵਿੱਚ ਕੀ ਕੁਛ ਆ ਸਕਦਾ? ਜਿਵੇਂ ਜੇ ਆਪਾਂ ਗੱਲ ਕਰੀਏ ਕੋਈ ਬ੍ਰਿਕਸ ਵਗੈਰਾ ਬਣਾਉਣੀ ਹੈ ਤਾਂ ਜਿਹੜੀ ਡਾਇਰੈਕਟ ਲੇਬਰ ਇਨਵੋਲਵਮੈਂਟ ਹੈ ਜਿਹੜੀ ਆਪਾਂ ਉਸ ਨੂੰ ਕਹਿ ਸਕਦੇ ਹਾਂ ਡਾਇਰੈਕਟ। ਇਨਡਾਇਰੈਕਟ ਉਹ ਹੋਣਗੇ ਜਿਹੜੇ ਫਰਦਰ ਸਰਵਿਸਿਜ਼ ਪ੍ਰੋਵਾਈਡ ਕਰਨਗੇ। ਕੰਪਲੀਟ ਤਾਂ ਪ੍ਰੋਸੈਸ ਨੂੰ ਇਨਡਾਇਰੈਕਟ ਲੇਬਰ ਵੀ ਕਰਦੀ ਹੈ, ਬਟ ਉਹ ਡਾਇਰੈਕਟ ਮੈਨੂਫੈਕਚਰਿੰਗ ਪ੍ਰੋਸੈਸ ਵਿੱਚ ਇਨਵੋਲਵਮੈਂਟ ਉਹਦੀ ਨਹੀਂ ਹੁੰਦੀ। ਉਹਦੀ ਇਨਵੋਲਵਮੈਂਟ ਹੁੰਦੀ ਹੈ ਸਰਵਿਸ ਜਾਂ ਫਿਰ ਟਰਾਂਸਪੋਰਟ ਵਗੈਰਾ ਦੇ ਵਿੱਚ। ਆਪਾਂ ਇਸ ਨੂੰ ਕੀ ਕਹਿ ਸਕਦੇ ਹਾਂ? ਇਨਡਾਇਰੈਕਟ ਲੇਬਰ। ਨੈਕਸਟ ਇਜ਼ ਮੋਨੀਟਰੀ ਬੈਨੀਫਿਟਸ ਐਂਡ ਫਰਿੰਗ ਬੈਨੀਫਿਟਸ। ਮੋਨੀਟਰੀ ਬੈਨੀਫਿਟਸ ਕਿਹੜੇ ਹੋਣਗੇ? ਜਿਹੜੇ ਕੈਸ਼ ਦੀ ਫਾਰਮ ਦੇ ਵਿੱਚ ਹੋਣਗੇ, ਲਾਈਕ ਬੇਸਿਕ ਵੇਜਸ, ਡੀਅਰੈਂਸ ਅਲਾਇੰਸਸ, ਇੰਪਲੋਇਰਸ ਕੰਟਰੀਬਿਊਸ਼ਨ ਟੂ ਪ੍ਰੋਵੀਡੈਂਟ ਫੰਡ, ਸੁਪਰਐਨੂਏਸ਼ਨ ਫੰਡ, PPF, EPF, ਨੋਨ ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ। ਇਹ ਸਾਰੇ ਕੀ ਹੁੰਦੇ ਨੇਗੇ? ਟਾਈਪਸ ਆਫ ਫੰਡਸ ਨੇ। ਅਤੇ ਡੀਅਰੈਂਸ ਅਲਾਇੰਸਸ ਕੀ ਹੁੰਦੇ ਨੇ? ਤੁਸੀਂ ਇਨਕਮ ਟੈਕਸ ਦੇ ਵਿੱਚ ਵੀ ਕੀਤਾ ਡੀਅਰੈਂਸ ਅਲਾਇੰਸਸ, ਇਹਨਾਂ ਦੀ ਐਗਜ਼ਾਮਸ਼ਨ ਲਿਮਿਟ ਵਗੈਰਾ ਕੀਤੀ ਹੈ। ਡੀਅਰੈਂਸ ਆਪਣੇ ਅਲਾਇੰਸਸ ਉਹ ਅਲਾਇੰਸਸ ਹੁੰਦੇ ਨੇ ਲਾਈਕ ਕਿਸੇ ਇੰਪਲੋਏ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ, ਤਾਂ ਉਹਦੀ ਸ਼ਿਫਟਿੰਗ ਦੇ ਉੱਪਰ ਜਿਹੜੇ ਵੀ ਖਰਚੇ ਹੋਏ ਨੇ ਆਪਾਂ ਉਸ ਨੂੰ ਕੀ ਕਹਿ ਸਕਦੇ ਹਾਂ? ਡੀਅਰੈਂਸ ਅਲਾਇੰਸਸ ਪ੍ਰੋਵਾਈਡ ਕਰਨਾ। ਦੈਨ ਨੈਕਸਟ ਟਾਈਪ ਕਿਹੜੀ ਹੈ? ਫਰਿੰਗ ਬੈਨੀਫਿਟਸ। ਫਰਿੰਗ ਬੈਨੀਫਿਟਸ ਉਹ ਹੁੰਦੇ ਨੇ ਜੋ ਇੱਕ ਵਰਕਰ ਦੀ ਫੈਮਿਲੀ ਦੇ ਰਿਲੇਟਡ ਹੁੰਦੇ ਨੇ, ਲਾਈਕ ਚਿਲਡਰਨ ਐਜੂਕੇਸ਼ਨ ਹੋ ਗਿਆ, ਚਿਲਡਰਨ ਦੀ ਹੈਲਥ ਫੈਸਿਲਿਟੀਜ਼ ਹੋ ਗਈਆਂ, ਸਬਸਿਡਾਈਜ਼ਡ ਐਜੂਕੇਸ਼ਨ ਹੋ ਗਈ। ਸਾਰੇ ਕੀ ਹੁੰਦੇ ਨੇ? ਫਰਿੰਗ ਬੈਨੀਫਿਟਸ। ਨੈਕਸਟ ਆਪਣੇ ਕੋਲ ਪਰਸੋਨਲ ਡਿਪਾਰਟਮੈਂਟ। ਪਰਸੋਨਲ ਡਿਪਾਰਟਮੈਂਟ ਦੇ ਵਿੱਚ ਕੌਣ ਆ ਜਾਂਦੀ ਹੈ? ਲੇਬਰ ਆ ਜਾਂਦੀ ਹੈ। ਵਿਦ ਦਾ ਹੈਲਪ ਆਫ ਵੈਰੀਅਸ ਡਿਪਾਰਟਮੈਂਟਸ, ਸੁਪਰਵਾਈਜ਼ਰ ਐਂਡ ਹੈਡ ਇਜ਼ ਰਿਸਪੋਂਸਿਬਲ ਫॉर ਦ ਐਗਜ਼ੀਕਿਊਸ਼ਨ ਆਫ ਪੋਲਿਸੀਜ਼ ਰਿਗਾਰਡਿੰਗ ਦ ਰਿਕਰੂਟਮੈਂਟ, ਡਿਸਚਾਰਜ, ਕਲਾਸੀਫਿਕੇਸ਼ਨ ਆਫ ਇੰਪਲੋਇਜ਼। ਆਪਾਂ ਨੂੰ ਪਤਾ ਹੈ ਕਿ ਰਿਕਰੂਟਮੈਂਟ, ਸਿਲੈਕਸ਼ਨ, ਟ੍ਰੇਨਿੰਗ, ਡਿਵੈਲਪਮੈਂਟ ਇਹ ਇੱਕ ਪ੍ਰੋਸੈਸ ਹੁੰਦਾ ਇੱਕ ਇੰਪਲੋਏ ਨੂੰ ਸਿਲੈਕਟ ਕਰਨ ਦਾ, ਅਪੁਆਇੰਟ ਕਰਨ ਦਾ। ਤਾਂ ਪਰਸੋਨਲ ਦੇ ਵਿੱਚ ਕੀ ਆ ਜਾਂਦਾ? ਰਿਕਰੂਟਮੈਂਟ ਪ੍ਰੋਸੀਜਰ ਆ ਜਾਂਦਾ। ਇੱਕ ਆਪਾਂ ਗੱਲ ਕਰੀਏ ਜੇ ਇੰਪਲੋਏ ਦੀ ਅਪੁਆਇੰਟਮੈਂਟ ਦੀ, ਤਾਂ ਇਹ ਕਿਹੜਾ ਡਿਪਾਰਟਮੈਂਟ ਕਰਦਾ? ਪਰਸੋਨਲ ਡਿਪਾਰਟਮੈਂਟ। ਹੁਣ ਦੇਖੋ ਪਰਸੋਨਲ ਡਿਪਾਰਟਮੈਂਟ ਕੀ ਕਰਨਾ ਹੈ? ਇੱਕ ਪਰਫਾਰਮਾ ਤਿਆਰ ਕਰ ਲੈਣਾ ਉਸਨੇ, ਇੰਪਲੋਈ ਪਲੇਸਮੈਂਟ ਰੈਕੁਆਈਜੀਸ਼ਨ। ਫਸਟ ਉਹ ਕੀ ਕਰੇਗਾ? ਨੰਬਰ ਆਫ ਇੰਪਲੋਇਜ਼ ਰਿਕੁਆਇਰਡ, ਕਿੰਨੇ ਇੰਪਲੋਇਜ਼ ਚਾਹੀਦੇ ਨੇ। ਕੈਟਾਗਰੀਜ਼ ਦਾ ਮਤਲਬ ਇਹ ਨਹੀਂ ਕੋਈ ਕਾਸਟ ਵਗੈਰਾ, ਇੱਥੇ ਕੈਟਾਗਰੀ ਦਾ ਮੀਨਿੰਗ ਹੈ ਵੀ ਕਿਹੜੇ ਵਰਕ ਦੇ ਲਈ ਚਾਹੀਦਾ ਆਪਾਂ ਨੂੰ, ਉਸਦੀ ਕੁਆਲਿਟੀ ਕੀ ਹੈ। ਦੈਨ ਜੋਬ ਸਪੈਸੀਫਿਕੇਸ਼ਨ, ਜੋਬ ਡਿਸਕ੍ਰਿਪਸ਼ਨ। ਇੱਕ ਹੁੰਦੀ ਹੈ ਜੋਬ ਸਪੈਸੀਫਿਕੇਸ਼ਨ, ਇੱਕ ਹੁੰਦੀ ਹੈ ਜੋਬ ਡਿਸਕ੍ਰਿਪਸ਼ਨ। ਦੋਨੋਂ ਦੇਖਣ ਨੂੰ ਸੇਮ ਲੱਗਦੇ ਨੇ ਬਟ ਦੋਨੋਂ ਡਿਫਰੈਂਟ ਨੇ ਇੱਕ ਦੂਜੇ ਤੋਂ, ਦੋਨੋਂ ਡਿਫਰੈਂਟ ਟਰਮਸ ਨੇ। ਕਿਸ ਤਰ੍ਹਾਂ? ਜਿਹੜੀ ਤਾਂ ਜੋਬ ਸਪੈਸੀਫਿਕੇਸ਼ਨ ਹੈ ਉਸ ਦੇ ਵਿੱਚ ਤਾਂ ਉਹਨੇ ਇਹ ਦੱਸਣਾ ਵੀ ਜਿਹੜਾ ਇਹ ਵਰਕ ਦੱਸਿਆ ਨਾ, ਮੈਨਸ਼ਨ ਕੀਤਾ ਹੈਗਾ ਵੀ ਕੈਟਾਗਰੀ ਕਿਸ ਦੇ ਲਈ ਚਾਹੀਦਾ, ਉਹ ਪਰਸਨ ਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਕੀ ਉਸ ਦੀਆਂ ਪਰਸਨਲ ਐਬਿਲਿਟੀਜ਼ ਐਂਡ ਸਕਿੱਲਸ ਹੋਣੀਆਂ ਚਾਹੀਦੀਆਂ ਨੇ। ਬਟ ਜੋਬ ਡਿਸਕ੍ਰਿਪਸ਼ਨ ਦੇ ਵਿੱਚ ਉਹ ਜੋਬ ਨੂੰ ਡਿਸਕਰਾਈਬ ਕਰਨਾ ਹੈ, ਜੋਬ ਦੀ ਫੀਚਰਸ ਕੀ ਨੇ, ਕਿਸ ਟਾਈਪ ਦੀ ਜੋਬ ਹੈ, ਕਿੰਨਾ ਵਰਕ ਹੈ, ਉਹ ਸਾਰਾ ਕੀ ਹੈ? ਜੋਬ ਡਿਸਕ੍ਰਿਪਸ਼ਨ ਹੈ। ਜੇ ਇੰਪਲੋਏ ਦੀ ਕੁਆਲੀਫਿਕੇਸ਼ਨ ਦੱਸ ਰਿਹਾ ਤਾਂ ਉਹ ਕੀ ਹੈ? ਜੋਬ ਸਪੈਸੀਫਿਕੇਸ਼ਨ ਹੈ। ਦੈਨ ਰਿਮਾਰਕਸ ਹੋ ਗਏ। ਇਹ ਕੀ? ਇੰਪਲੋਈ ਪਲੇਸਮੈਂਟ ਰਿਕੁਆਈਜੇਸ਼ਨ ਕਿਹੜੇ ਡਿਪਾਰਟਮੈਂਟ ਨੇ ਤਿਆਰ ਕਰਨਾ? ਇਹ ਪਰਸੋਨਲ ਡਿਪਾਰਟਮੈਂਟ ਨੇ। ਦੈਨ ਇੱਕ ਇੰਪਲੋਏ ਦਾ ਹਿਸਟਰੀ ਕਾਰਡ ਪ੍ਰੀਪੇਅਰ ਹੁੰਦਾ, ਇਸ ਦੇ ਵਿੱਚ ਡੇਟ, ਕਦੋਂ ਇੰਪਲੋਈ ਆਇਆ ਸੀ, ਉਸਦੀ ਕੈਟਾਗਰੀ ਕੀ ਹੈ, ਰੇਟ ਆਫ ਪੇ ਕੀ ਹੈ, ਉਹਦੀ ਪ੍ਰਮੋਸ਼ਨ ਪੀਰੀਅਡ ਕਦੋਂ ਤੋਂ ਹੈ, ਕਿੰਨੀ ਉਹਦੀ ਪ੍ਰਮੋਸ਼ਨਲ ਸੈਲਰੀ ਹੈ, ਸਾਰਾ ਕੁਛ ਕਿਸ ਦੇ ਵਿੱਚ ਆ ਜਾਂਦਾ? ਇੰਪਲੋਏ ਸੈਲਰੀ ਜਾਂ ਫਿਰ ਇੰਪਲੋਇਜ਼ ਹਿਸਟਰੀ ਕਾਰਡ। ਨੈਕਸਟ ਹੈ ਲੇਬਰ ਟਰਨਓਵਰ। ਟਰਨਓਵਰ ਰੇਸ਼ੋ ਉਸ ਚੈਪਟਰ ਦੇ ਵਿੱਚ ਵੀ ਕੀਤੀਆਂ ਨੇ, ਤਾਂ ਇੱਕ ਹੋਰ ਟਾਈਪ ਹੈ ਲੇਬਰ ਟਰਨਓਵਰ। ਲੇਬਰ ਟਰਨਓਵਰ ਡਿਫਰੈਂਟ ਮੈਥਡਸ ਨੇ, ਆਪਾਂ 1 ਬਾਈ 1 ਕਰਾਂਗੇ। ਟਰਨਓਵਰ ਕੀ ਹੁੰਦਾ ਹੈ? ਟਰਨਓਵਰ ਇਹ ਹੁੰਦਾ ਵੀ ਜਦੋਂ ਇੰਪਲੋਇਜ਼ ਨੇ ਜਿਹੜੇ ਉਹ ਇੱਕ ਦੂਜੇ ਮਤਲਬ ਕਿ ਟਾਈਮ ਟੂ ਟਾਈਮ ਨਾ ਰਿਟਾਇਰ ਹੁੰਦੇ ਰਹਿੰਦੇ ਨੇ, ਤਾਂ ਉਹ ਕੀ ਹੈ? ਟਰਨਓਵਰ ਹੈ। ਜਿੰਨੇ ਆਪਾਂ ਵਧੀਆ ਰਿਲੇਸ਼ਨਸ ਰੱਖਾਂਗੇ ਨਾ ਇੰਪਲੋਇਜ਼ ਦੇ ਨਾਲ, ਉਨੀ ਜਿਹੜੀ ਟਰਨਓਵਰ ਆ ਉਹ ਘੱਟ ਹੋਏਗੀ। ਟਰਨਓਵਰ ਦਾ ਮਤਲਬ ਇਹ ਹੁੰਦਾ ਵੀ ਪੁਰਾਣੇ ਇੰਪਲੋਇਜ਼ ਆ ਛੱਡ ਕੇ ਚਲੇ ਜਾਣਾ ਅਤੇ ਨਿਊ ਇੰਪਲੋਇਜ਼ ਆ ਆਉਣਾ, ਤਾਂ ਉਹ ਕੀ? ਇੱਕ ਟਰਨਓਵਰ ਹੈ। ਦੇਖੋ ਹਾਈ ਪਰਸੈਂਟੇਜ ਆਫ ਲੇਬਰ ਟਰਨਓਵਰ ਡਿਨੋਟਸ ਦੈਟ ਲੇਬਰ ਇਜ਼ ਨਾਟ ਸਟੇਬਲ।
जे हायर टर्नओवर है तो तुहाडी लेबर की है स्टेबल नहीं हैगी, कॉन्सटेंट नहीं हैगी, क्योंकि तुसीं डे टू डे तुहाडे इंपलॉयज़ की हो रहे ने लीव कर रहे हैं तुहाडी ऑर्गेनाइजेशन नूं। हुण देखो सैपरेशन मैथड अकॉर्डिंग की लगता है नंबर ऑफ इंपलॉयज़ लैफ्ट अपॉन एवरेज नंबर ऑफ इंपलॉयज़, किन्ने इंपलॉयज़ छड्ड के गए तो किन्ने इंपलॉयज़ दी एवरेज है इनटू 100। तो फ्लक्स मैथड की कहता है नंबर ऑफ एडिशन किन्ने नवे आए प्लस सैपरेशनस किन्ने चले गए छड्ड के अपॉन एवरेज। तो लेबर टर्नओवर का फॉर्मूला कि नंबर ऑफ एडिशन प्लस सैपरेशन अपॉन एवरेज नंबर। तो रिप्लेसमेंट की होंगे, देखो कोई वर्कर ए है, जिन्नियां भी उसदियां क्वालिटीज़ ने उसकी स्किल्स ने क्वालिफिकेशन है आपां सेम परसन उसकी जगह पर न्यू अपॉइंट कर लैंदे सेम क्वालिफिकेशनस ते सेम स्किल्स एंड एबिलिटीज़ के नाल, तां की है रिप्लेसमेंट मैथड है। तो नंबर ऑफ वर्कर रिप्लेसड किन्ने कर रहे हैं अपॉन एवरेज नंबर ऑफ वर्करस। नैक्सट इलस्ट्रेशन नंबर 1 करते हैं। इलस्ट्रेशनस करन तो पहला मैं तुहानूं गल फिर दस रही हाँ भी जे तुहानूं एग्जाम दे विच कोई भी लेबर टर्नओवर रिलेटेड क्वेश्चन आउंदा है वो किवें भी कह सकते हैं कि सैपरेशन मैथड अकॉर्डिंग करो, फ्लक्स मैथड अकॉर्डिंग करो, रिप्लेसमेंट मैथड अकॉर्डिंग करो, तो सब तो पहले तुसीं फॉर्मूलाज जरूर याद कर लो। फॉर्मूलाज ने जिहड़े वो बहुत इंपॉर्टेंट ने। ਆਪਾਂ ਇੱਕ ਇਲਸਟ੍ਰੇਸ਼ਨ ਕਰਦੇ ਹਾਂ, ਇਸ ਤੋਂ ਬਾਅਦ ਦੀਆਂ ਇਲਸਟ੍ਰੇਸ਼ਨਸ ਦੇ ਵਿੱਚ ਹੈ ਕੁਛ ਵੀ ਨਹੀਂ, ਜੇ ਤੁਹਾਨੂੰ ਫਾਰਮੂਲਾ ਆਉਂਦਾ ਤਾਂ ਸਿਰਫ ਵੈਲਿਊਜ਼ ਹੀ ਪੁੱਟ ਕਰਨੀਆਂ ਨੇ। फस्ट अपने को की कहा इन्होंने नंबर ऑफ वर्कर बिगनिंग ते एंड दे ने। अपने को मैथड चाहिए हैगा फ्लक्स रेट मैथड, तो आप की करा एवरेज नंबर ऑफ वर्कर कैलकुलेट कर लाँगे बिगनिंग प्लस एंडिंग अपॉन T2 की होंगे एवरेज नंबर ऑफ वर्करस होंगे ने। तो आपू की चाहिए फ्लक्स रेट की सी एडिशन प्लस सैपरेशन अपॉन एवरेज। तो एडिशन भी गिवन है तो सैपरेशन भी गिवन है 600 होगी। 600 किस तरह हुई देखो क्वेश्चन की है ड्यूरिंग द ईयर 40 वर्करस लीव, मतलब 40 वर्करस गए ने तो सैपरेशन है, वाइल 160 वर्कर आर डिस्चार्ज 600 ऑफ विच रिक्वायर्ड ड्यूरिंग द ईयर। तो ये की ने 600 तुहाडे की ने नंबर ऑफ एडिशनस ने, जिहड़े 200 ने वो तुहाडे की ने सैपरेशनस ने। हुण देखो 200 किस तरह आए ने। 200 मैं तुहानूं कह रही हाँ कि 200 वर्कर किहड़े ने जिहड़े सैपरेशनस मीन छड्ड के गए ने। तुहानूं की गिवन है क्वेश्चन दे विच 40 वर्करस लीव वाइल 160 वर्करस आर डिस्चार्ज, मतलब 40 ने जिहड़े छड्ड के गए ने ते 160 उन्होंने खुद डिस्चार्ज किया। तां की ने 160 प्लस 40 टोटल किन्ने ने 200 ने। तां इलस्ट्रेशन सैकेंड तो लैके तुसीं की करना है सैकेंड इलस्ट्रेशन ते थर्ड इलस्ट्रेशन ट्राई करनी, कोई डाउट है तो पूछ लियो। इस तो इलावा कुछ कॉजेज़ ने लेबर टर्नओवर के, बिल्कुल ईजी पॉइंट्स ने भी जी लेबर है वो ज़्यादा क्यों टर्नओवर करती है, क्यों छड्ड के जाते हैं इंपलॉयज़ जी कंपनी नूं फैक्टरी नूं, तो ये कॉजेज़ एक बार रीड कर लियो। इलस्ट्रेशन नंबर 4 है नैक्सट आप नैक्सट क्लास के करांगे। इस तो पहला आप की कर लेने लेबर प्रोडक्टिविटी के कुछ मैथड्स ने वो कर लेने एक बार। लेबर प्रोडक्टिविटी के की करने डिफरेंट मैथड्स इन्ना इंपॉर्टेंट ही है नहीं क्योंकि इस कोई क्वेश्चन बनता नहीं तुहाडा, बट फिर भी एक बार वेख लो इन्हों। सब तो पहला की है आउटपुट पर मैन आर, इस की लगाना अपने आउटपुट अपॉन मैन आर्स। जो आउटपुट पर रुपये है तो अपॉन वेजेस आ जाएंगे, जो पर वर्कर है तो अपॉन वर्कर आ जाएंगे, जो सेल वैल्यू है तो की आ जाएंगे टोटल नंबर ऑफ वर्करस आ जाएंगे, जे वेज पर यूनिट चाहिए है तो डायरैक्ट वेजेस अपॉन नंबर ऑफ यूनिट्स। तो सब तो पहले तुसीं देखना भी जी चीज़ चाहिए है आउटपुट अपॉन कर दो, मैन चाहिए मैन पर आर कढ़ लो, रुपये चाहिए वेजेस कढ़ लो, वर्कर चाहिए पर वर्कर लगा लो। तो ये बिल्कुल सिंपल फॉर्मूला है, उपर तुसीं आउटपुट ही रखनी है, नीचे जो तुहानूं क्वेश्चन के गिवन है कैलकुलेट करने के लिए पूछा गया तुहानूं वो कर दो। फिफ्थ इलस्ट्रेशन की है नंबर ऑफ वर्करस ने मैन आर है। सब तो पहला आउटपुट पर मैन आर चाहिए तो आउटपुट अपॉन की करना तुसीं मैन पर आर जिन्ना भी गिवन है। तो आउटपुट तुहानूं दित्ती है 20,000 दी अपॉन 5,000 की ने मैन आर्स ने, सेम तुसीं 15 की कीती है 16 की कर लोगे। उस तो बाद पर वर्कर चाहिए तो वर्करस किन्ने ने 1000 ने अपॉन 1000 कर दो। तो ये बिल्कुल ईजी जी इलस्ट्रेशन इनू कर लियो, वैसे करवा दी मैं। अज के लिए इन्ना ही काफ़ी है, थैंक यू।